हेलो व्यूअर्स अस्सलाम वालेकुम मैं ਤੁਹਾਡਾ ਦੋਸਤ ਮੁਹੰਮਦ ਵਾਰਿਸ ਤੇ ਤੁਸੀਂ ਵੇਖਦੇ ਹੋ ਵਾਰਿਸ ਟ੍ਰੇਡ ਵਲੌਗ ਵੈਲਕਮ ਕਹਿੰਦੇ ਤੁਹਾਨੂੰ ਅਸੀਂ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਹੈ ਮਕਬਰਾ ਜਹਾਂਗੀਰ ਤੇ ਅੱਜ ਜਿੱਥੇ ਮੈਂ ਖੜਾ ਹਾਂ ਮੇਰੇ ਪਿੱਛੇ ਬੈਕ ਸਾਈਡ ਤੁਸੀਂ ਦੇਖਦੇ ਪਏ ਹੋ ਮਕਬਰਾ ਜਹਾਂਗੀਰ ਦਾ ਐਂਟਰੀ ਗੇਟ ਅਸੀਂ ਉਹਨੂੰ ਅੰਦਰ ਜਾਵਾਂਗੇ ਤੇ ਅੰਦਰ ਜਾ ਕੇ ਅਸੀਂ ਪਹਿਲੇ ਸਭ ਤੋਂ ਪਹਿਲੇ ਲਵਾਂਗੇ ਟਿਕਟ ਫਿਰ ਅਸੀਂ ਅੰਦਰ ਨਾ ਐਂਟਰ ਹੋਵਾਂਗੇ ਹੁਣ ਅਸੀਂ ਲੈ ਰਹੇ ਹਾਂ ਟਿਕਟ ਲੈ ਰਹੇ ਹਾਂ ਐਸੇ ਕੋਈ ਅੰਦਰ ਦੇ ਵਗੈਰਾ ਟਿਕਟ ਲੈ ਲੈਂਦੇ ਹੁਣ ਅਸੀਂ ਹੋਵਾਂਗੇ ਅਸੀਂ ਇਸ ਟਾਈਮ ਮਕਬਰੇ ਦੇ ਅੰਦਰ ਦਾਖਲ ਹੋ ਗਏ ਹਾਂ ਇਹ ਅੰਦਰਲੀ ਸਾਈਡ 'ਤੇ ਤੁਹਾਨੂੰ ਗੇਟ ਦਿਖਾ ਰਹੇ ਹਾਂ ਕਿ ਇਹ ਐਂਟਰੀ ਗੇਟ ਪਹਿਲੇ ਬਾਹਰ ਦੀ ਤਰਫੋਂ ਦਿਖਾਇਆ ਸੀ ਹੁਣ ਅਸੀਂ ਅੰਦਰਲੀ ਤਰਫੋਂ ਦਿਖਾ ਰਹੇ ਹਾਂ ਕਿ ਇਹ ਐਂਟਰੀ ਗੇਟ ਇਹ ਸਾਹਮਣੇ ਤੁਹਾਨੂੰ ਬੋਰਡ ਦਿਖਾ ਰਹੇ ਹਾਂ ਅਕਬਰੀ ਸਰਾਏ ਪੂਰੇ ਜਹਾਂਗੀਰ ਦੇ ਅੰਦਰ ਸਾਹਮਣੇ ਜਿਹੜੇ ਕਮਰੇ ਨਜ਼ਰ ਆ ਰਹੇ ਨੇ ਅਗਲੀ ਸਾਈਡ 'ਤੇ ਬਰਾਂਡਾ ਹੈ ਪਿਛਲੀ ਸਾਈਡ 'ਤੇ ਕਮਰਾ ਹੈ ਅਤੇ ਇੱਥੇ ਉਹਨਾਂ ਦੇ ਸਿਪਾਹੀ ਰਹਿੰਦੇ ਰਹੇ ਸਨ ਤੇ ਜਿਹੜੇ ਸਿਪਾਹੀ ਸਨ ਅੰਦਰ ਸਾਈਡ ਸਿਪਾਹੀ ਦੇ ਬਾਹਰ ਉਹਨਾਂ ਨੇ ਆਪਣਾ ਇੱਕ ਘੋੜਾ ਰੱਖਿਆ ਹੁੰਦਾ ਰਿਹਾ ਸੀ ਜਿਸ ਟਾਈਮ ਬਾਦਸ਼ਾਹ ਸੈਰੋ ਤਫਰੀਹ ਵਾਸਤੇ ਨਿਕਲਦਾ ਸੀ ਜਦੋਂ ਵੀ ਮਕਬਰੇ ਤੋਂ ਬਾਹਰ ਨਿਕਲਦਾ ਸੀ ਉਹ ਇਹ ਜਿਹੜੇ ਸਿਪਾਹੀ ਸਨ ਤੇ ਆਪਣੇ ਇੱਥੇ ਬਾਹਰ ਘੋੜੇ ਬੰਨੇ ਸਨ ਉਹ ਘੋੜਾ ਲੈ ਕੇ ਦੇ ਨਾਲ ਆ ਫਿਰ ਨਿਕਲ ਕੇ ਤੇ ਫਿਰ ਉਹਨਾਂ ਦੇ ਨਾਲ ਬਾਦਸ਼ਾਹ ਦੇ ਨਾਲ ਸ਼ਾਮਲ ਹੁੰਦੇ ਸਨ ਇਸ ਇਹਾਤੇ ਦੇ ਵਿੱਚ ਇਹ ਜਿਹੜੇ ਕਮਰੇ ਨੇ ਅੱਗੇ ਬਰਾਂਡਾ ਵੀ 180 ਕਮਰੇ ਨੇ ਜਿਹੜੇ ਇਸ ਪੂਰੇ ਇਹਾਤੇ ਦੇ ਵਿੱਚ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਦੂਰ ਦੂਰ ਤੱਕ 30 ਅਗਸਤ 1569 ਵਿੱਚ ਜੈਪੁਰ ਦੀ ਰਾਜਪੂਤ ਰਾਜਕੁਮਾਰੀ ਜੋਧਾਬਾਈ ਉਰਫ ਮਰੀਮ ਯਮਾਨੀ ਤੇ ਮੁਗਲਿਆ ਸਲਤਨਤ ਦੇ ਤੀਸਰੇ ਬਾਦਸ਼ਾਹ ਜਲਾਲੁਦੀਨ ਅਕਬਰ ਦੇ 11 ਸਾਲ ਬਾਅਦ ਪਹਿਲੇ ਬੇਟੇ ਦੀ ਪੈਦਾਇਸ਼ ਹੋਈ ਤੇ ਬਾਦਸ਼ਾਹ ਅਕਬਰ ਨੇ ਖੁਸ਼ੀ ਦੇ ਨਾਲ ਖਜ਼ਾਨਿਆਂ ਦੇ ਮੂੰਹ ਖੋਲ੍ਹ ਦਿੱਤੇ और ख्वाजा मोइनुद्दीन चिश्ती अजमेरी रहमतुल्लाह अलैह दे दरबार ते पैदल हाज़री ते अपनी मन्नत पूरी कीती ते इस तो बाद दो होर बेटे मुराद ते दानियाल पैदा होए। बादशाह अकबर खुद ते अनपढ़ सी पर अनपढ़ होने दा अफसोस भी सी इस वास्ते बेटियां दी तालीम लई आला इंतज़ाम किते। शहजादा सलीम जहीन सी इसलिए बड़ी जल्दी अमूरे प्यादा सल्तनत दे विच दिलचस्पी लैन लग पिया सी 9 साल दी उम्र दे विच 10,000 प्यादा फौज दे मनसब बना दिता गया। बादशाह अकबर दे तीनों बेटे सलीम मुराद दानियाल बड़ी ज़्यादा शराबनोशी करते सन। बादशाह अकबर उन्होंने इस आदत तो ना बचा सकिया इस वजह तो ही मुराद ते दानियाल दी मौत हो गई। शहजादा सलीम बड़ी रंगीन मिजाज सी शहजादा सलीम ने 10 तो ज़्यादा शादियां कीतियां सन कुछ शादियां ते लुक लुका के कीतियां सन ते कुछ मंजरे आम ते आ गईयां। 3 शादियां दा ते जिक्र तारीख दे विच काबिल जिक्र है। पहली शादी राजकुमारी मां बाई से हुई जिसका नाम बाद विच शहजादा सलीम ने शाह बेगम रखिया जिस दे विचों उसका बेटा शहजादा खुसरू मिर्ज़ा पैदा होया। दूसरी शादी उदय सिंह दी बेटी जगत हुसैन दे नाल हुई। वो नाम ही सलीम ने बाद विच बदल के ताज बीबी बलकीस बेगम रखिया जिहदे विचों शहजादा खुरम पैदा होया जिहड़ा बाद विचों शाहजहां दे नां तो मशहूर होया। तीसरी शादी तखत नशीनी तो बाद मिर्ज़ा गियास बेग दी बेटी मेहरुन्निसा दे नाल हुई। बादशाह सलीम ने मेहरुन्निसा दा नां बदल के नूरजहां रख दिता। इस दे विचों बादशाह सलीम दी कोई औलाद नहीं सी। एक सुतेली बेटी सी जिस दा नां लाडली बेगम सी जिहड़ी कि मेहरुन्निसा दे साबका शोहर अली कुली दे विचों सी। शहजादा सलीम उर्फ जहांगीर बादशाह दे इस शजरे तो 3 बेटे मंजरे आम ते आए। नंबर 1 शहजादा खुसरू, नंबर 2 शहजादा खुरम तो नंबर 3
ਪਰਵੇਜ਼ ਮਿਰਜ਼ਾ। ਬਾਦਸ਼ਾਹ ਦੀ ਦੌੜ ਦੇ ਵਿੱਚ ਇੱਕ ਸ਼ਹਿਜ਼ਾਦੇ ਦਾ ਨਾਂ ਗੁੰਮ ਹੈ। ਉਸ ਸ਼ਹਿਜ਼ਾਦੇ ਦਾ ਨਾਂ ਸ਼ਹਿਜ਼ਾਦਾ ਸ਼ਹਿਰਯਾਰ ਸੀ, ਜੋ ਕਿ ਇੱਕ ਲੋਂਡੀ ਦੇ ਵਿੱਚੋਂ ਸੀ, ਜਿਸ ਦਾ ਬਾਪ ਬਾਦਸ਼ਾਹ ਸਲੀਮ ਜਹਾਂਗੀਰ ਬਾਦਸ਼ਾਹ ਹੈ। ਉਹ ਸ਼ਹਿਜ਼ਾਦਾ ਸ਼ਹਿਰਯਾਰ ਜਿਸ ਦੀ ਸ਼ਾਦੀ ਨੂਰ ਜਹਾਂ ਦੀ ਬੇਟੀ ਲਾਡਲੀ ਬੇਗਮ ਦੇ ਨਾਲ ਹੋਈ। ਸ਼ਹਿਜ਼ਾਦਾ ਸਲੀਮ ਆਪਣੇ ਬਾਪ ਜਲਾਲੁਦੀਨ ਅਕਬਰ ਦੀ ਵਫਾਤ ਤੋਂ ਬਾਅਦ 24 ਅਕਤੂਬਰ 1605 ਨੂੰ ਨੂਰੁਦੀਨ ਜਹਾਂਗੀਰ ਸ਼ਹਿਜ਼ਾਦਾ ਸਲੀਮ ਬਾਦਸ਼ਾਹ ਗਾਜ਼ੀ ਦੇ ਲਕਬ ਦੇ ਨਾਲ ਤਖਤ ਨਸ਼ੀਨ ਹੋਇਆ। ਅਕਬਰ ਦੀ ਵਫਾਤ ਦੇ ਬਾਅਦ ਜਹਾਂਗੀਰ ਬਾਦਸ਼ਾਹ ਤਖਤ ਨਸ਼ੀਨ ਹੋਇਆ ਤੇ ਕਈ ਦਿਨ ਜਸ਼ਨ ਮਨਾਇਆ ਗਿਆ। ਕੈਦੀਆਂ ਨੂੰ ਰਿਹਾ ਕੀਤਾ ਗਿਆ, ਆਪਣੇ ਨਾਂ ਦਾ ਸਿੱਕਾ ਜਾਰੀ ਕਰਵਾਇਆ ਗਿਆ। ਇਸ ਤੋਂ ਇਲਾਵਾ ਸੜਕਾਂ, ਕੂਏ, ਮਸਾਜਿਦ ਤਿਆਰ ਕਰਵਾਏ ਗਏ। ਸ਼ਰਾਬ ਤੇ ਇਸ ਤੋਂ ਇਲਾਵਾ ਨਸ਼ਾ ਆਵਰ ਚੀਜ਼ਾਂ ਤੇ ਫਰੋਖਤ ਤੇ ਇਸਤੇਮਾਲ ਤੇ ਪਾਬੰਦੀ ਲਗਾ ਦਿੱਤੀ ਗਈ। ਵਿਰਾਸਤੀ ਕਵਾਨੀਨ ਦੇ ਅਮਲ ਕਰਨ ਦਾ ਹੁਕਮ ਦਿੱਤਾ ਗਿਆ। ਸਰਕਾਰੀ ਸ਼ਫਾਖਾਨੇ ਹਰ ਸ਼ਹਿਰ ਦੇ ਵਿੱਚ ਬਣਾਏ ਤੇ ਉਹਨਾਂ ਦੇ ਫ੍ਰੀ ਇਲਾਜ ਦਾ ਹੁਕਮ ਵੀ ਦਿੱਤਾ ਗਿਆ। ਜੁਮੇਰਾਤ, ਹਫਤਾ ਤੇ ਇਤਵਾਰ ਵਾਲੇ ਦਿਨ ਜਾਨਵਰਾਂ ਨੂੰ ਜ਼ੀਬਾ ਕਰਨ ਤੇ ਉਹਨਾਂ ਦਾ ਸ਼ਿਕਾਰ ਕਰਨ ਤੇ ਪਾਬੰਦੀ ਲਗਾਈ ਗਈ। ਮੁਜਰਮਾਂ ਦੇ ਨੱਕ, ਕੰਨ ਤੇ ਕੱਟਣ ਦੀ ਸਜ਼ਾ ਵੀ ਖਤਮ ਕਰ ਦਿੱਤੀ ਗਈ। ਜਗ੍ਹਾ ਜਗ੍ਹਾ ਦੇ ਨਵੇਂ ਦਰਖਤ ਲਾਏ ਗਏ ਤੇ ਹਰ ਜ਼ਰੂਰਤ ਵਾਲੀ ਜਗ੍ਹਾ ਤੇ ਕੂਏ ਤਿਆਰ ਕਰਵਾਏ ਗਏ। ਇੱਕ ਜ਼ੰਜੀਰ ਅਦਲ ਬਣਵਾਈ ਗਈ, ਜਿਹੜੀ ਦਰਿਆ ਜਮਨਾ ਦੇ ਕਿਨਾਰੇ ਤੋਂ ਲੈ ਕੇ ਆਗਰਾ ਦੇ ਸ਼ਾਹੀ ਮਹਿਲ ਦੇ ਅੰਦਰ ਸ਼ਾਹੀ ਦਰਬਾਰ ਵਿੱਚ ਬਣਵਾ ਦਿੱਤੀ ਗਈ ਕਿ ਹਰ ਕੋਈ ਵੀ ਫਰਿਆਦੀ ਇਸ ਨੂੰ ਖਿੱਚ ਕੇ ਆਪਣੀ ਫਰਿਆਦ ਸੁਣਾ ਸਕਦਾ ਸੀ। ਜ਼ੰਜੀਰ 30 ਗਜ਼ ਲੰਬੀ ਸੀ, 40 ਮਣ ਵਜ਼ਨੀ ਤੇ ਖਾਲਸ ਸੋਨੇ ਦੇ ਬਣਾਈ ਗਈ ਸੀ। ਇਹਦੇ ਨਾਲ 60 ਘੰਟੀਆਂ ਮਹਿਲ ਦੇ ਅੰਦਰ ਲਾਈਆਂ ਗਈਆਂ ਸਨ। ਬਾਦਸ਼ਾਹ ਖੁਦ ਹਰ ਫਰਿਆਦੀ ਦੀ ਫਰਿਆਦ ਸੁਣਦਾ ਸੀ। ਬਾਦਸ਼ਾਹ ਜਹਾਂਗੀਰ ਨੂੰ ਤਖਤ ਨਸ਼ੀਨੀ ਤੇ ਹਲੇ 6 ਮਹੀਨੇ ਵੀ ਨਹੀਂ ਗੁਜ਼ਰੇ ਸੀ ਕਿ ਜਹਾਂਗੀਰ ਦੇ ਬੇਟੇ ਖੁਸਰੂ ਨੇ ਬਾਪ ਦੇ ਖਿਲਾਫ ਬਗਾਵਤ ਕਰਤੀ। ਖੁਸਰੂ ਨੇ 6 ਅਪ੍ਰੈਲ 1606 ਨੂੰ ਮਕਬਰਾ ਅਕਬਰ ਦੀ ਜ਼ਿਆਰਤ ਦੇ ਬਹਾਨੇ 1350 ਘੋੜਾ ਸਵਾਰਾਂ ਦੇ ਨਾਲ ਮਿਲ ਕੇ ਤੇ ਆਗਰੇ ਤੋਂ ਨਿਕਲਿਆ। ਫਿਰ ਦੋਨੋਂ ਬਾਪ ਬੇਟੇ ਦੇ ਦਰਮਿਆਨ ਜਲੰਧਰ ਦੇ ਕੋਲ ਬੇਗੋਦਾਲ ਦੇ ਮਕਾਮ ਤੇ ਜੰਗ ਹੋਈ ਤੇ ਖੂਨ ਦੀਆਂ ਨਦੀਆਂ ਬਹਾ ਦਿੱਤੀਆਂ ਗਈਆਂ। ਇਸ ਜੰਗ ਦੇ ਵਿੱਚ ਖੁਸਰੂ ਨੂੰ ਸ਼ਿਕਸਤ ਹੋਈ। ਜਹਾਂਗੀਰ ਨੇ ਆਪਣੇ ਬੇਟੇ ਖੁਸਰੂ ਨੂੰ ਗ੍ਰਿਫਤਾਰ ਕਰਕੇ ਮਾਰਿਆ ਨਹੀਂ, ਬਲਕਿ ਇਸ ਤੋਂ ਤਰੀਕ-ਸਾਜ਼ ਸਜ਼ਾ ਦਿੱਤੀ ਗਈ। ਖੁਸਰੂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲੈ ਕੇ ਆਇਆ ਗਿਆ ਤੇ ਦਿੱਲੀ 'ਚ ਲੈ ਕੇ ਤੇ ਖੁਸਰੂ ਨੂੰ ਹਾਥੀ ਦੇ ਉੱਤੇ ਹੱਥਾਂ ਦੇ ਬਲ ਬੰਨ੍ਹ ਦਿੱਤਾ ਗਿਆ ਤੇ ਫਿਰ ਖੁਸਰੂ ਨੂੰ ਦਿੱਲੀ ਦੀ ਗਲੀਆਂ ਦੇ ਵਿੱਚ ਗਸ਼ਤ ਕਰਵਾਇਆ ਗਿਆ। ਖੁਸਰੂ ਦਾ ਸਾਥ ਦੇਣ ਵਾਲੇ ਸਾਥੀਆਂ ਨੂੰ ਵੀ ਨੇਜ਼ੇ ਦੀ ਨੋਕ ਦੇ ਨਾਲ ਬੰਨ੍ਹ ਦਿੱਤਾ ਗਿਆ। ਉਹ ਜਿਵੇਂ ਹੀ ਸ਼ਹਿਜ਼ਾਦਾ ਖੁਸਰੂ ਦਾ ਹਾਥੀ ਖੁਸਰੂ ਦੇ ਸਾਥੀਆਂ ਦੇ ਕੋਲੋਂ ਦੀ ਲੰਘਦਾ ਤੇ ਉਹਨਾਂ ਨੂੰ ਨੇਜ਼ੇ ਦੀ ਨੋਕ ਦੇ ਵਿੱਚ ਪਰੋ ਦਿੱਤਾ ਜਾਂਦਾ। ਖੁਸਰੂ ਦੇ ਸਾਥੀ ਰੋਂਦੇ ਕੁਰਲਾਉਂਦੇ ਤੇ ਇਹ ਦਹਿਸ਼ਤਨਾਕ
ਦਹਿਸ਼ਤਨਾਕ ਦਰਦ ਭਰੀਆਂ ਚੀਕਾਂ ਖੁਸਰੂ ਨੂੰ ਸੁਣਾਈਆਂ ਗਈਆਂ, ਪਰ ਖੁਸਰੂ ਕੁਝ ਵੀ ਨਹੀਂ ਸੀ ਕਰ ਸਕਦਾ। ਖੁਸਰੂ ਨੇ ਆਪਣੇ ਕੰਨ ਵੀ ਬੰਦ ਨਹੀਂ ਸੀ ਕਰ ਸਕਦਾ, ਕਿਉਂਕਿ ਉਸ ਦੇ ਹੱਥ ਬੰਦੇ ਹੋਏ ਸੀ। ਇਸ ਨੂੰ ਜਾਣ ਬੁੱਝ ਕੇ ਚੀਕਾਂ ਸੁਣਾਈਆਂ ਜਾ ਰਹੀਆਂ ਸੀ ਕਿ ਬਾਪ ਦੇ ਨਾਲ ਗੱਦਾਰੀ ਦੀ ਗਲਤੀ ਨੂੰ ਯਾਦ ਰੱਖੇ। ਖੁਸਰੂ ਨੂੰ ਸ਼ਹਿਜ਼ਾਦਾ ਖੁਰਮ ਦੀ ਕੈਦ ਵਿੱਚ ਦੇ ਦਿੱਤਾ ਗਿਆ। ਜਿੱਥੇ ਉਹ ਮੌਤ ਮੰਗਦਾ ਮੰਗਦਾ ਅੰਧਾ ਹੋ ਗਿਆ। ਬਾਅਦ ਵਿੱਚ ਸ਼ਹਿਜ਼ਾਦਾ ਖੁਰਮ ਦੇ ਹੁਕਮ ਤੇ ਉਹਨੂੰ ਕਤਲ ਕਰ ਦਿੱਤਾ ਗਿਆ। ਇਹ ਉਹੀ ਸ਼ਹਿਜ਼ਾਦਾ ਖੁਰਮ ਹੈ ਜਿਹੜਾ ਸ਼ਾਹਜਹਾਨ ਤੋਂ ਮਸ਼ਹੂਰ ਹੋਇਆ, ਜਿਸ ਨੇ ਸ਼ਹਿਜ਼ਾਦਾ ਖੁਸਰੂ ਤੇ ਸ਼ਹਿਜ਼ਾਦਾ ਸ਼ਹਿਰਯਾਰ ਨੂੰ ਵੀ ਕਤਲ ਕਰਵਾਇਆ ਸੀ। ਯਾਨੀ ਕਿ ਆਪਣੇ ਹੀ ਭਾਈਆਂ ਨੂੰ ਕਤਲ ਕਰਵਾਇਆ ਤੇ ਖੁਦ ਮੁਗਲਿਆ ਸਲਤਨਤ ਦਾ ਪੰਜਵਾਂ ਬਾਦਸ਼ਾਹ ਸ਼ਾਹਜਹਾਂ ਤਖਤ ਨਸ਼ੀਨ ਬਣ ਗਿਆ। ਸ਼ਹਿਨशाह ਜਹਾਂਗੀਰ ਬਾਦਸ਼ਾਹ ਦੀ ਵਫਾਤ 1627 ਦੇ ਵਿੱਚ ਹੋਈ। ਜਦੋਂ ਜਹਾਂਗੀਰ ਬਾਦਸ਼ਾਹ ਨੂਰਜਹਾਂ ਕਸ਼ਮੀਰ ਤੋਂ ਵਾਪਸ ਆ ਰਹੇ ਸੀ ਕਿ ਦਮੇ ਦੀ ਬਿਮਾਰੀ ਦੀ ਵਜ੍ਹਾ ਤੋਂ ਉਹਨਾਂ ਦਾ ਇੰਤਕਾਲ ਹੋ ਗਿਆ। ਨੂਰਜਹਾਂ ਦੇ ਹੁਕਮ ਦੇ ਮੁਤਾਬਿਕ ਇੰਤਕਾਲ ਦੀ ਖਬਰ ਨੂੰ ਛੁਪਾਇਆ ਗਿਆ ਤਾਂ ਕਿ ਸਲਤਨਤ ਦੇ ਵਿੱਚ ਬਗਾਵਤ ਕਿਤੇ ਸ਼ੁਰੂ ਨਾ ਹੋ ਜਾਵੇ। ਕਸ਼ਮੀਰ ਤੋਂ ਵਾਪਸੀ ਤੇ ਬੰਬਰ ਦੇ ਮਕਾਮ ਤੇ ਆ ਕੇ ਨੂਰਜਹਾਂ ਦੇ ਹੁਕਮ ਤੇ ਬਾਦਸ਼ਾਹ ਜਹਾਂਗੀਰ ਦਾ ਪੇਟ ਚਾਕ ਕੀਤਾ ਗਿਆ ਤੇ ਉਹ ਪੇਟ ਚਾਕ ਕਰਨ ਤੋਂ ਬਾਅਦ ਪੇਟ ਦੇ ਅੰਦਰ ਦਿਲ, ਗੁਰਦੇ, ਅੰਤੜੀਆਂ ਵਗੈਰਾ ਨੂੰ ਕੱਢ ਕੇ ਉੱਥੇ ਦਫਨਾ ਦਿੱਤਾ ਗਿਆ ਤਾਂ ਕਿ ਲਾਸ਼ ਤੋਂ ਬਦਬੂ ਨਾ ਆਏ। ਔਰ ਬਾਅਦ ਵਿੱਚ ਬਾਕੀ ਦੱਸੇ ਖਾਕੀ ਨੂੰ ਲੈ ਕੇ ਬਾਦਸ਼ਾਹ ਦੇ ਹੁਕਮ ਦੇ ਮੁਤਾਬਕ, ਜਿਵੇਂ ਕਿ ਉਹਨਾਂ ਦੇ ਕਿਹਾ ਸੀ ਕਿ ਮੇਰੀ ਲਾਸ਼ ਨੂੰ ਸ਼ਾਹਦਰਾ ਦੇ ਮਕਾਮ ਤੇ ਮਕਬਰੇ ਦੇ ਅੰਦਰ ਦਫਨਾਇਆ ਜਾਏ, ਤੇ ਬਾਕੀ ਦੱਸੇ ਖਾਕੀ ਨੂੰ ਸ਼ਾਹਦਰਾ ਦੇ ਮਕਾਮ ਮਕਬਰਾ ਜਹਾਂਗੀਰ ਦੇ ਅੰਦਰ ਦਫਨ ਕੀਤਾ ਗਿਆ ਹੈ। ਇਸ ਤਰ੍ਹਾਂ ਇੱਕ ਬਾਦਸ਼ਾਹ ਦੀਆਂ ਦੋ ਕਬਰਾਂ ਬਣਾਈਆਂ ਗਈਆਂ। ਇੱਕ ਕਬਰ ਸ਼ਾਹਦਰਾ ਦੇ ਮਕਾਮ ਮਕਬਰਾ ਜਹਾਂਗੀਰ ਦੇ ਅੰਦਰ ਦਫਨਾਇਆ ਗਿਆ, ਦੂਸਰੀ ਕਬਰ ਬਿੰਬਰ ਦੇ ਮਕਾਮ ਤੇ ਬਣਾਇਆ ਗਿਆ। ਤੇ ਇਸ ਤਰ੍ਹਾਂ ਇੱਕ ਬਾਦਸ਼ਾਹ ਤੇ ਦੋ ਕਬਰਾਂ ਬਣਾਈਆਂ ਗਈਆਂ। ਬਾਦਸ਼ਾਹ ਜਹਾਂਗੀਰ ਦਾ ਮਕਬਰਾ ਜਹਾਂਗੀਰ ਦੇ ਮਰਨ ਤੋਂ ਬਾਅਦ ਨੂਰਜਹਾਂ ਨੇ ਤਾਮੀਰ ਕਰਵਾਇਆ। ਜਹਾਂਗੀਰ ਦੇ ਇੰਤਕਾਲ ਤੋਂ ਬਾਅਦ ਨੂਰਜਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਨੂਰਜਹਾਂ ਜਹਾਂਗੀਰ ਦੇ ਇੰਤਕਾਲ ਤੋਂ ਬਾਅਦ 18 ਸਾਲ ਤੱਕ ਜ਼ਿੰਦਾ ਰਹੀ, ਲੇਕਿਨ ਜਿੰਨੀ ਦੇਰ ਤੱਕ ਨੂਰਜਹਾਂ ਜ਼ਿੰਦਾ ਰਹੀ ਉਹ ਸਫੈਦ ਕੱਪੜੇ ਦੇ ਵਿੱਚ ਹੀ ਰਹੀ। 18 ਸਾਲ ਸਫੈਦ ਕੱਪੜੇ ਦੇ ਵਿੱਚ ਰਹਿ ਕੇ ਉਸਨੇ ਜ਼ਿੰਦਗੀ ਬਸਰ ਕੀਤੀ। ਸ਼ਹਿਜ਼ਾਦਾ ਸਲੀਮ ਦੇ ਨਾਂ ਤੋਂ ਇੱਕ ਸ਼ਹਿਰ ਵੀ ਆਬਾਦ ਹੋਇਆ। ਸ਼ਹਿਜ਼ਾਦਾ ਸਲੀਮ ਨੂੰ ਸ਼ੇਖੂ ਵੀ ਕਿਹਾ ਜਾਂਦਾ ਸੀ ਤੇ ਸ਼ੇਖੂ ਤੋਂ ਇੱਕ ਸ਼ਹਿਰ ਸ਼ੇਖੂਪੁਰਾ ਆਬਾਦ ਹੋਇਆ। ਸ਼ੇਖੂਪੁਰਾ ਲਾਹੌਰ ਤੋਂ ਮਗਰਬ ਵਾਲੀ ਸਾਈਡ ਤੇ ਆਬਾਦ ਹੋਇਆ ਤੇ ਇਸ ਸ਼ੇਖੂਪੁਰਾ ਦੇ ਅੰਦਰ ਹਰਮਨਾਰ ਦਾ ਮਕਬਰਾ ਵੀ ਹੈ। ਲਾਹੌਰ ਤੋਂ 32 ਕਿਲੋਮੀਟਰ ਦੂਰ ਇਹ ਸ਼ੇਖੂਪੁਰਾ ਇਲਾਕਾ, ਇਸ ਇਲਾਕੇ ਦੇ ਵਿੱਚ ਵੀ ਸ਼ਹਿਜ਼ਾਦਾ ਸਲੀਮ ਦੇ ਕਿਲਾ ਮੌਜੂਦ ਹੈ, ਜੋ ਕਿ ਹਰਮਨਾਰ ਹੈ ਉਹ 42 ਕਿਲੋਮੀਟਰ ਦੂਰ ਹੈ ਲਾਹੌਰ ਤੋਂ। ਇਹ ਤੇ ਸਨ ਮੁਗਲਿਆ ਸਲਤਨਤ ਦੇ ਜ਼ਵਾਲ ਤੇ ਅਰੂਜ ਤੇ ਇਹਨਾਂ ਦੇ ਦਿਲ ਦਹਿਲਾ ਦੇਣ ਵਾਲੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ।
ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਮੇਰੀ ਵੀਡੀਓ ਨੂੰ ਲਾਈਕ ਕਰੋ ਤੇ ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।